ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖਹੁ ਨੈਣ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਇ। ਅੰਧ ਲਖੈ ਬਦਰੁ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਇਹ ਜਗ ਮੀਤ ਨ ਦੇਖਿਓ ਕੋਈ। ਸਗਲ ਜਗਤ ਆਪਣੈ ਸੁਖ ਲਾਗਿਓ। ਦੁਖ ਮੈਂ ਸੰਗ ਨ ਹੋਈ। ਇਹ ਜਗ ਮੀਤ
मीत न देखियो कोई। सगल जगत अपने सुख लागियो, दुख में संग न होई। रहाउ दारा मीत पूत संबंधी, सगरे धन स्यो लागे। जब ही निर्धन देखियो नर को, संग छाड़ सब भागे। कहों कहा या मन बौरे को, इन स्यो नेहो लगायो। दीनानाथ सकल भै भंजन, जस ताको बिसरायो। स्वान पूछ ज्यो भयो न सूदा, बहुत जतन मैं कीना। नानक लाज बिरद की रखो, नाम तुहारो लीना। स्वान पूछ ज्यो भयो न सूदा, बहुत जतन मैं कीना। नानक लाज बिरद की रखो, नाम तुहारो लीना। सोरठ महला नावा, एह जग मीत न देखियो कोई। वाहिगुरु जी का खालसा, वाहिगुरु जी की फतेह। सतगुਰਾਂ ਦੀ ਸਾਜੀ ਨਵਾਜੀ ਹੋਈ। ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਸਤਿਗੁਰਾਂ ਦੀ ਬੇਅੰਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸਤਿਗੁਰਾਂ ਜੀ ਦੇ ਪ੍ਰਕਾਸ਼ ਦੀ ਸੇਵਾ ਹੋਈ ਹੈ, ਜਿਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ। ਉਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਸਤਿਗੁਰੂ ਸਾਹਿਬਾਨ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਸੁੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਅੰਦਰ ਜ਼ਿਕਰ ਕਰਦੇ ਹਨ ਤੇ ਬਚਨ ਕਰਦੇ ਹਨ, ਇਹ ਜਗ ਮੀਤ ਨਾ ਦੇਖਿਓ ਕੋਈ। ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ।
ਸਤਿਗੁਰੂ ਜੀ ਬਚਨ ਕਰਦੇ ਹਨ ਕਿ ਇਸ ਜਗਤ ਦੇ ਅੰਦਰ, ਸੰਸਾਰ ਦੇ ਅੰਦਰ ਮਿੱਤਰ ਤੇ ਬਹੁਤ ਹਨ, ਪਰ ਅਸਲੀ ਅਰਥਾਂ ਦੇ ਵਿੱਚ ਜਿਹੜਾ ਕੋਈ ਮਿੱਤਰ ਹੈ ਉਹ ਨਹੀਂ ਦੇਖਿਆ ਗਿਆ। ਕਿਉਂਕਿ ਜਗਤ ਦੇ ਅੰਦਰ ਜਿੰਨੇ ਵੀ ਜੀਵ ਮਿੱਤਰ ਬਣਾਉਂਦਾ ਹੈ, ਉਹਨਾਂ ਦਾ ਸਭ ਦਾ ਮੁੱਖ ਪ੍ਰਯੋਜਨ ਜਿਹੜਾ ਹੁੰਦਾ, ਜੁੜਨ ਦਾ ਕਾਰਨ ਜੋ ਹੁੰਦਾ, ਉਹ ਮਾਇਆ ਹੁੰਦੀ ਹੈ, ਧਨ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਆਪੋ ਆਪਣੀਆਂ ਲੋੜਾਂ ਦੇ ਅਨੁਸਾਰ ਜਦੋਂ ਜੁੜਿਆ ਹੁੰਦਾ ਜੀਵ, ਅਤੇ ਜਦੋਂ ਉਹ ਲੋੜ ਪੂਰੀ ਹੋਣੋਂ ਹਟ ਜਾਂਦੀ ਹੈ, ਫਿਰ ਮਿੱਤਰਤਾ ਟੁੱਟ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਗਤ ਦੇ ਅੰਦਰ ਕੋਈ ਵੀ ਮਿੱਤਰ ਜਿਹੜਾ ਉਹ ਅਸਲੀ ਮਾਇਨਿਆਂ 'ਚ ਨਹੀਂ ਦੇਖਿਆ ਗਿਆ। ਫਿਰ ਸਤਿਗੁਰੂ ਜੀ ਕਹਿੰਦੇ ਅਸਲੀ ਮਿੱਤਰ ਪਰਮੇਸ਼ਰ ਵਾਹਿਗੁਰੂ ਹੈ, ਪਰਮਾਤਮਾ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਜਿੱਥੇ ਉਸ ਪਰਮੇਸ਼ਰ ਨੂੰ ਮਾਲਕ ਕਿਹਾ ਗਿਆ, ਉਸ ਪਰਮਾਤਮਾ ਨੂੰ ਮਾਤਾ ਪਿਤਾ ਕਿਹਾ ਗਿਆ, ਇਸੇ ਪ੍ਰਕਾਰ ਉਸ ਪਰਮੇਸ਼ਰ ਨੂੰ ਪਤੀ ਪਰਮੇਸ਼ਰ ਕਹਿ ਕੇ ਉਹਦੀ ਅਰਾਧਨਾ ਕੀਤੀ ਗਈ। ਉੱਥੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਪਰਮਾਤਮਾ ਨੂੰ ਮਿੱਤਰ ਕਰਕੇ ਵੀ ਸੰਬੋਧਨ ਕੀਤਾ ਗਿਆ ਕਿ ਜਿਵੇਂ ਇੱਕ ਮਿੱਤਰ ਸੰਸਾਰ ਦੇ ਅੰਦਰ ਜਿਹੜਾ ਸਹੀ ਮਿੱਤਰ ਹੁੰਦਾ, ਤਨੋਂ ਤੇ ਮਨੋਂ ਬਣਿਆ ਮਿੱਤਰ ਹੁੰਦਾ, ਉਹ ਜਿਵੇਂ ਸਹਾਇਤਾ ਕਰਦਾ, ਦੁੱਖ ਵੇਲੇ, ਵਿਪਤਾ ਵੇਲੇ, ਔਕੜ ਵੇਲੇ ਜਿਹੜਾ ਸਹਾਈ ਹੁੰਦਾ ਉਹ ਮਿੱਤਰ ਹੁੰਦਾ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਸਾਡਾ ਅਸਲੀ ਮਿੱਤਰ ਹੈ, ਜੋ ਲੋਕ ਤੇ ਪਰਲੋਕ ਦੇ ਅੰਦਰ ਸਾਡਾ ਸਹਾਈ ਹੁੰਦਾ। ਇਸ ਕਰਕੇ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕੀਤੇ ਹਨ ਕਿ ਮਿੱਤਰ ਜਿਹੜਾ ਹੁੰਦਾ ਉਹ ਬਹੁਤੇ ਨਹੀਂ ਹੁੰਦੇ, ਮਿੱਤਰ ਵੀ ਇੱਕ ਅੱਧਾ ਹੀ ਹੁੰਦਾ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਹਨ, ਕਬੀਰ ਸੂਖ ਨਾ ਇਹ ਜੁਗ ਕਰਹਿ ਜੋ ਬਹੁਤੇ ਮੀਤ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਸਾਰ ਦੇ ਅੰਦਰ ਜਦੋਂ ਕੋਈ ਬਹੁਤੇ ਮਿੱਤਰ ਬਣਾ ਲਵੇ ਤੇ ਉਹਨੂੰ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਇਸੇ ਪ੍ਰਕਾਰ ਹੀ ਜਦੋਂ ਕੋਈ ਪਰਮਾਤਮਾ ਨੂੰ ਛੱਡ ਕੇ ਪਰਮੇਸ਼ਰ ਨੂੰ ਭੁੱਲ ਕੇ ਤੇ ਉਹਦੀ ਬਣਾਈ ਹੋਈ ਰਚਨਾ ਜਿਹੜੀ ਹੈ, ਬਣਾਈਆਂ ਹੋਈਆਂ ਵਸਤੂਆਂ ਜਿਹੜੀਆਂ ਹਨ, ਜਾਂ ਭੇਜੇ ਹੋਏ ਜਿਹੜੇ ਕੋਈ ਅਵਤਾਰ ਹਨ, ਉਹਨਾਂ ਦੇ ਨਾਲ ਜੁੜ ਜਾਂਦਾ ਹੈ ਤੇ ਅਸਲੀ ਪਰਮੇਸ਼ਰ ਨੂੰ, ਕਰਤੇ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੰਦਾ ਹੈ ਤੇ ਉਹਨੂੰ ਵੀ ਸਤਿਗੁਰੂ ਜੀ ਕਹਿੰਦੇ ਫਿਰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਚਿੱਤ ਜੋ ਚਿੱਤ ਰੱਖ ਹੈ ਏਕ ਸਿਉ ਸੁਖ ਪਾਵਹਿ ਨੀਤ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਇੱਕ ਦੇ ਨਾਲ ਸੰਬੰਧ ਜੋੜ ਕੇ ਰੱਖਦਾ, ਜਿਹੜਾ ਚਿੱਤ ਦੇ ਵਿੱਚ ਇੱਕ ਨੂੰ ਯਾਦ ਕਰਕੇ ਰੱਖਦਾ, ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਮਿੱਤਰ ਦਾ ਲੱਛਣ ਵੀ ਲਿਖਿਆ ਹੈ ਕਿ ਮਿੱਤਰ ਕੌਣ ਹੁੰਦਾ। ਤੇ ਸਤਿਗੁਰੂ ਜੀ ਬਚਨ ਕਰਦੇ ਹਨ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਈ। ਕਿ ਜਿਨ੍ਹਾਂ ਨੂੰ ਮਿਲਣ ਦੇ ਨਾਲ ਸਾਡੀ ਖੋਟੀ ਮੱਤ ਦੂਰ ਹੁੰਦੀ ਹੈ, ਸਾਡੇ ਔਗਣ ਖਤਮ ਹੁੰਦੇ ਹੈ, ਵਿਕਾਰ ਖਤਮ ਹੁੰਦੇ ਹੈ, ਚੰਗੀ ਸਿੱਖਿਆ ਅਤੇ ਚੰਗੀ ਅਕਲ ਸਾਨੂੰ ਮਿਲਦੀ ਹੈ। ਸਤਿਗੁਰੂ ਜੀ ਕਹਿੰਦੇ ਉਹ ਅਸਲੀ ਮਿੱਤਰ ਹਨ ਸੰਸਾਰ ਦੇ ਅੰਦਰ। ਉਹਨਾਂ ਨੂੰ ਜਦੋਂ ਕੋਈ ਮਿੱਤਰ ਬਣਾਉਂਦਾ ਹੈ, ਐਸੇ ਜਿਹੜੇ ਕੋਈ ਰੱਬ ਦੀ ਬੰਦਗੀ ਕਰਨ ਵਾਲੇ, ਸੇਵਾ ਸਿਮਰਨ ਕਰਨ ਵਾਲੇ, ਚੰਗੀ ਸਿੱਖਿਆ ਦੇਣ ਵਾਲੇ, ਐਸੀ ਸੰਗਤ ਦੇ ਵਿੱਚ ਜਦੋਂ ਜੀਵ ਬੈਠਦਾ ਹੈ ਤੇ ਫਿਰ ਇਹਨੂੰ ਚੰਗੀ ਸਿੱਖਿਆ ਮਿਲਦੀ ਹੈ, ਚੰਗੇ ਗੁਣ ਮਿਲਦੇ ਹੈ ਤੇ ਸ਼ੁਭ ਵਿਚਾਰਾਂ ਇਹਨੂੰ ਮਿਲਦੀਆਂ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਅਸਲੀ ਮਿੱਤਰ ਹਨ। ਇਸੇ ਪ੍ਰਕਾਰ ਹੀ ਸੰਸਾਰ ਦੇ ਅੰਦਰ
ਤਿੰਨ ਤਰ੍ਹਾਂ ਦੇ ਮਿੱਤਰਾਂ ਦਾ ਜ਼ਿਕਰ ਆਉਂਦਾ ਹੈ। ਜਿਵੇਂ ਮਹਾਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ, ਜਿਨ੍ਹਾਂ ਨੇ ਇਤਿਹਾਸ ਲਿਖਿਆ, ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਤਿੰਨ ਤਰ੍ਹਾਂ ਦੇ ਮਿੱਤਰ ਇਹ ਮਨੁੱਖ ਦੇ ਹੁੰਦੇ ਹੈ, ਜਿਨ੍ਹਾਂ ਦੇ ਵਿੱਚੋਂ ਦੋ ਜਿਹੜੇ ਹੈ, ਜਿੰਨਾ ਚਿਰ ਸਾਡਾ ਸਰੀਰ ਕੰਮ ਕਰਦਾ ਹੈ, ਜਿੰਨਾ ਚਿਰ ਸਾਡੇ ਸਵਾਸ ਚੱਲਦੇ ਆ, ਉਹ ਦੋ ਦਾ ਸੰਬੰਧ ਬਣਿਆ ਰਹਿੰਦਾ। ਅਤੇ ਇੱਕ ਐਸਾ ਹੈ ਕਿ ਜੋ ਜਿਉਂਦਿਆਂ ਵੀ ਅਤੇ ਇਹ ਸਰੀਰ ਤਿਆਗਣ ਤੋਂ ਬਾਅਦ ਵੀ ਕੰਮ ਕਰਦਾ ਹੈ, ਉਹ ਵੀ ਮਿੱਤਰ ਹੈ। ਅਤੇ ਭਾਈ ਸਾਹਿਬ ਜੀ ਬਚਨ ਲਿਖਦੇ ਹਨ, ਧਨ ਕੁਟੰਬ ਅਰ ਕਰਮ ਜੇ ਤੀਨ ਨਰਨ ਕੇ ਮੀਤ, ਕਿ ਜਬ ਲਉ ਘਟ ਮੈਂ ਪ੍ਰਾਣ ਹੈ ਤਬ ਲਗ ਧਨ ਕੀ ਪ੍ਰੀਤ। ਇੱਕ ਤੇ ਭਾਈ ਸਾਹਿਬ ਜੀ ਕਹਿੰਦੇ ਧਨ ਜਿਹੜੀ ਮਾਇਆ ਹੈ ਇਹ ਮਿੱਤਰ ਹੈ। ਦੂਸਰੇ ਨੰਬਰ 'ਤੇ ਕੁਟੰਬ ਜੋ ਪਰਿਵਾਰ ਹੈ, ਸੰਬੰਧੀ ਹੈ, ਇਹ ਮਿੱਤਰ ਹਨ। ਤੀਸਰੇ ਨੰਬਰ 'ਤੇ ਜੋ ਸਾਡੇ ਕਰਮ ਹਨ ਉਹ ਵੀ ਮਿੱਤਰ ਹਨ। ਪਰ ਇਹਨਾਂ ਤਿੰਨਾਂ ਦੇ ਵਿੱਚੋਂ ਭਾਈ ਸਾਹਿਬ ਜੀ ਕਹਿੰਦੇ ਜੋ ਧਨ ਹੈ ਇਹਦਾ ਸੰਬੰਧ ਓਨਾ ਚਿਰ ਹੁੰਦਾ ਜਿੰਨਾ ਚਿਰ ਸਾਡੇ ਸਰੀਰ ਦੇ ਅੰਦਰ ਸਵਾਸ ਚੱਲਦੇ ਹੈ। ਜਦੋਂ ਸਾਡੇ ਸਰੀਰ ਦੇ ਸਵਾਸ ਮੁੱਕ ਗਏ, ਇਹ ਸਰੀਰ ਅਸੀਂ ਤਿਆਗ ਦਿੱਤਾ, ਫਿਰ ਮਾਇਆ ਜਿਹੜੀ ਹੈ ਉਹ ਪਈ ਰਹਿ ਜਾਂਦੀ ਹੈ, ਦੱਬੀ ਰਹਿ ਜਾਂਦੀ ਹੈ, ਸਿਰਹਾਣੇ ਹੀ ਪਈ ਰਹਿ ਜਾਂਦੀ ਹੈ, ਪਰ ਉਹਦਾ ਕੋਈ ਲਾਭ ਨਹੀਂ ਹੁੰਦਾ, ਉਹਨੂੰ ਵਰਤ ਨਹੀਂ ਸਕਦਾ ਮਨੁੱਖ ਜਦੋਂ ਸਵਾਸ ਪੂਰੇ ਹੋ ਗਏ। ਇਸੇ ਪ੍ਰਕਾਰ ਹੀ ਕਹਿੰਦੇ ਇਹ ਜਿਹੜਾ ਮਿੱਤਰ ਮੰਨਿਆ ਧਨ, ਇਹਦਾ ਸੰਬੰਧ ਸਰੀਰ ਤੱਕ ਹੈ, ਜਿੰਨਾ ਚਿਰ ਸਰੀਰ ਦੇ ਸਵਾਸ ਚੱਲਦੇ। ਅੱਗੇ ਫਿਰ ਜਦੋਂ ਇਹ ਸਰੀਰ ਸ਼ਾਂਤ ਹੋ ਗਿਆ ਅਤੇ ਫਿਰ ਮਿੱਤਰ ਬਣਦੇ ਹਨ, ਸਾਕ ਸੰਬੰਧੀ ਰਿਸ਼ਤੇਦਾਰ ਮਿੱਤਰ ਇਹ ਬਣਦੇ ਹੈ। ਇਹਨਾਂ ਦਾ ਸੰਬੰਧ ਕਿੱਥੋਂ ਕੁ ਤੱਕ ਨਿਭਦਾ ਹੈ ਅਤੇ ਭਾਈ ਸਾਹਿਬ ਜੀ ਲਿਖਦੇ ਹਨ, ਜਾਰਿਓ ਗਾਡਿਓ ਤਨ ਨਹੀਂ ਤਬ ਲੋ ਕੁਟੰਬ ਸਨੇਹੇ, ਬਹੁਰ ਨਾ ਕੋ ਸੰਗ ਹੋਇ ਸਮਝ ਲੇਹੋ ਉਰ ਮਾਹੇ। ਸਮਝ ਭਲੇ ਉਰ ਲੇਹੋ, ਕਿ ਵੱਖੋ ਵੱਖਰੇ ਧਰਮਾਂ ਦੇ ਅਨੁਸਾਰ ਇਹ ਸਰੀਰ ਨੂੰ, ਸਰੀਰ ਦੀ ਮਿੱਟੀ ਜਿਹੜੀ ਹੈ ਇਸ ਨੂੰ ਸਮੇਟਿਆ ਜਾਂਦਾ। ਜਾਰਿਓ ਗਾਡਿਓ ਤਨ ਨਹੀਂ, ਕਿਸੇ ਨੇ ਤੇ ਸਿੱਖ ਮੱਤ ਦੇ ਅਨੁਸਾਰ ਜਿਵੇਂ ਆਪਾਂ ਸੰਸਕਾਰ ਕਰਦੇ ਹਾਂ ਉਹ ਕਿਰਿਆ ਕੀਤੀ ਜਾਂਦੀ ਹੈ। ਇਸੇ ਪ੍ਰਕਾਰ ਕਿਸੇ ਦੇ ਅਨੁਸਾਰ ਧਰਤੀ 'ਚ ਗੱਡ ਦਿੱਤਾ ਜਾਂਦਾ, ਕਬਰ ਬਣਾਈ ਜਾਂਦੀ ਹੈ। ਅਤੇ ਜਿੰਨਾ ਚਿਰ ਉਹ ਕਰਮ ਕਿਰਿਆ ਨਹੀਂ ਹੁੰਦੀ, ਜਦੋਂ ਉਹ ਹੋ ਗਈ ਅਤੇ ਫਿਰ ਕਹਿੰਦੇ ਉਹ ਵੀ ਜਿਹੜਾ ਸੰਬੰਧ ਸੀ ਟੁੱਟ ਗਿਆ। ਉਹ ਵੀ ਮਿੱਤਰ ਜਿਹੜੇ ਉੱਥੋਂ ਤੱਕ ਨਾਲ ਗਏ, ਜਦੋਂ ਮਿੱਟੀ ਸਵਾਹ ਹੋ ਗਈ, ਮਿੱਟੀ 'ਚ ਮਿੱਟੀ ਰਲ ਗਈ, ਬਸ ਉਸੇ ਸਮੇਂ ਹੀ ਉਹ ਵੀ ਸਾਥ ਛੱਡ ਗਏ। ਵੱਧ ਤੋਂ ਵੱਧ 10 ਦਿਨ 15 ਦਿਨ ਮਹੀਨਾ ਕਿੰਨਾ ਕੁ ਚਿਰ, ਫਿਰ ਉਹ ਹੌਲੀ ਹੌਲੀ ਜਿਹੜਾ ਉੱਧਰੋਂ ਧਿਆਨ ਟੁੱਟ ਜਾਂਦਾ। ਇਸੇ ਪ੍ਰਕਾਰ ਹੀ ਭਾਈ ਸਾਹਿਬ ਜੀ ਲਿਖਦੇ ਹਨ ਕਿ ਤੀਸਰੇ ਨੰਬਰ 'ਤੇ ਹਨ, ਤੀਜੋ ਮਿੱਤਰ ਕਰਮ ਜੋ ਸੰਗੀ ਸਦ ਹੀ ਜਾਨ, ਜਹ ਜਾਏ ਫਲ ਦੇਤ ਤਹ ਕਬੂ ਨਾ ਹੋਵੈ ਹਾਨ। ਤੀਸਰੇ ਨੰਬਰ 'ਤੇ ਸਾਡੇ ਮਿੱਤਰ ਬਣਦੇ ਹਨ ਜੋ ਕਰਮ ਹਨ, ਜੋ ਅਸੀਂ ਕਰਮ ਕਰਦੇ ਹਾਂ, ਇਹ ਵੀ ਮਿੱਤਰ ਬਣਦੇ ਹੈ। ਇਹ ਕਰਮ ਐਸੇ ਹਨ ਕਿ ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਹੀ ਇਹ ਫਲ ਦਿੰਦੇ ਆਪਣਾ। ਜਿੱਦਾਂ ਦਾ ਅਸੀਂ ਕਰਮ ਕਰਦੇ ਹਾਂ ਉਹਦਾ ਫਲ ਜਿਹੜਾ ਉਹ ਭੋਗਣਾ ਪੈਂਦਾ। ਇਸ ਕਰਕੇ ਚਾਹੇ ਆਪਾਂ ਇਹ ਸਰੀਰ ਦੇ ਅੰਦਰ ਹਾਂ ਜਾਂ ਇਹ ਸਰੀਰ ਛੱਡ ਦਿੰਦੇ ਹਾਂ, ਫਿਰ ਵੀ ਇਹ ਕਰਮੀ ਜਿਹੜੇ ਹੈ ਉਹ ਗਵਾਹੀਆਂ ਭਰਦੇ ਹੈ, ਕਰਮੀ ਦੱਸਦੇ ਹੈ ਕਿ ਕਿੱਦਾਂ ਦਾ ਹੈ। ਕਰਮਾਂ ਤੋਂ ਹੀ ਪਤਾ ਚੱਲਦਾ ਹੈ ਕਿ ਇਸ ਨੇ ਕੀ ਕੀਤਾ ਹੈ ਲੋਕ ਦੇ ਅੰਦਰ ਅਤੇ ਪ੍ਰਲੋਕ ਦੇ ਅੰਦਰ ਕੀ ਫਲ ਮਿਲਣਾ, ਉਹ ਕਰਮ ਨੀਯਤ ਕਰਦੇ ਹੈ। ਇਸੇ ਕਰਕੇ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਇਨਸਾਨ ਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਕਰਮਾਂ ਕਰਕੇ ਤੂੰ ਵਿਛੜਿਆ, ਅਤੇ ਕਰਮ ਚੰਗੇ ਕਰਕੇ ਹੀ ਉਹ ਪਰਮੇਸ਼ਰ ਦੀ ਪ੍ਰਾਪਤੀ ਹੈ।
ਜਪਜੀ ਸਾਹਿਬ ਦੇ ਅੰਦਰ ਆਪਾਂ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮਾਂ ਕਰਕੇ ਹੀ ਕੋਈ ਐਸੇ ਹਨ ਜੋ ਪਰਮੇਸ਼ਰ ਦੇ, ਪ੍ਰਮਾਤਮਾ ਦੇ, ਗੁਰੂ ਦੇ ਇੰਨੇ ਨੇੜੇ ਹੈ, ਅਤੇ ਕਰਮਾਂ ਕਰਕੇ ਕੋਈ ਹਨ ਜੋ ਇਤਨੇ ਦੂਰ ਹਨ, ਉਹਨਾਂ ਦੇ ਚੇਤੇ ਦੇ ਵਿੱਚ ਹੀ ਨਹੀਂ, ਪ੍ਰਮਾਤਮਾ ਨਾਮ ਸਿਮਰਨ ਬਾਣੀ ਖਿਆਲ 'ਚ ਹੀ ਨਹੀਂ, ਉਹ ਦੂਰ ਹਨ ਕਰਮ ਕਰਕੇ। ਇਸੇ ਕਰਕੇ ਭਗਤ ਫਰੀਦ ਸਾਹਿਬ ਜੀ ਨੇ ਵੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ। ਕਿ ਜਿਨ੍ਹਾਂ ਨੇ ਕਰਮ ਸ਼ੁਭ ਕੀਤੇ ਹੈ, ਚੰਗੇ ਕਰਮ ਕੀਤੇ ਹੈ, ਉਹ ਪ੍ਰਲੋਕ ਦੇ ਅੰਦਰ ਵੀ ਸਹਾਈ ਹੁੰਦੇ ਹੈ। ਇਸ ਕਰਕੇ ਚੰਗੇ ਕਰਮਾਂ ਨੂੰ ਮਿੱਤਰ ਬਣਾਉਣਾ, ਇਹ ਸਤਿਗੁਰੂ ਜੀ ਕਹਿੰਦੇ ਅਸਲੀ ਮਿੱਤਰ ਹਨ। ਅਤੇ ਜਦੋਂ ਕੋਈ ਚੰਗੇ ਕਰਮ ਕਰਨ ਲੱਗ ਜਾਂਦਾ ਹੈ, ਇਹਨਾਂ ਨੂੰ ਮਿੱਤਰ ਬਣਾਉਣ ਲੱਗ ਜਾਂਦਾ ਹੈ, ਅਤੇ ਫਿਰ ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਉਹ ਵੀ ਇੱਕ ਮਿੱਤਰ ਹੈ, ਫਿਰ ਉਹਦੀ ਇਹਨੂੰ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਅਤੇ ਸਿੱਖਿਆ ਬਖਸ਼ਿਸ਼ ਕਰਦੇ ਹਨ ਕਿ ਇਸ ਜਗਤ ਦੇ ਅੰਦਰ ਅਸਲੀ ਜਿਹੜਾ ਲਾਹਾ ਹੈ ਉਹ ਪਰਮੇਸ਼ਰ ਦੀ ਭਗਤੀ ਦਾ ਅਤੇ ਸਿਮਰਨ ਦਾ ਹੈ। ਸੋ ਸਤਿਗੁਰੂ ਜੀ ਜਿਵੇਂ ਬਖਸ਼ਿਸ਼ ਕਰਦੇ ਹਨ, ਆਪਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਸੋਰਠ ਮਹੱਲਾ ਨਾਵਾ। ਇਹ ਜਗ ਮੀਤ ਨ ਦੇਖਿਓ ਕੋਈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਇਸ ਜਗਤ ਦੇ ਅੰਦਰ ਮੀਤ ਨਾ ਦੇਖਿਓ ਕੋਈ। ਕੋਈ ਵੀ ਜਿਹੜਾ ਸਾਥ ਨਿਭਣ ਵਾਲਾ, ਸੰਗੀ ਸਾਥੀ ਬਣਨ ਵਾਲਾ ਮਿੱਤਰ ਜਿਹੜਾ ਹੈ ਉਹ ਦੇਖਿਆ ਨਹੀਂ ਜਾਂਦਾ। ਸਗਲ ਜਗਤ ਆਪਣਾ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਸਤਿਗੁਰੂ ਜੀ ਕਹਿੰਦੇ ਇਸ ਜਗਤ ਜਿਹੜਾ ਹੈ ਇਹ ਸਾਰਾ ਆਪੋ ਆਪਣੇ ਸੁੱਖਾਂ ਦੇ ਵਿੱਚ ਲੱਗਿਆ ਹੋਇਆ, ਦੁੱਖ ਮੈਂ ਸੰਗ ਨਾ ਹੋਈ। ਜਦੋਂ ਕੋਈ ਦੁੱਖ ਹੁੰਦਾ ਕਿਸੇ ਮਨੁੱਖ ਨੂੰ, ਕਿਸੇ ਜੀਵ ਨੂੰ ਦੁਖੀ ਹੁੰਦਾ ਕੋਈ, ਉਦੋਂ ਕੋਈ ਵੀ ਉਹਦਾ ਸੰਗੀ ਸਾਥੀ ਨਹੀਂ ਬਣਦਾ। ਫਰਜ਼ ਹਨ, ਜ਼ਿੰਮੇਵਾਰੀਆਂ ਹਨ, ਉਹ ਨਿਭਾ ਸਕਦਾ ਮਨੁੱਖ। ਮੰਨ ਲਓ ਕੋਈ ਬਿਮਾਰ ਹੋ ਗਿਆ, ਉਹਦੇ ਘਰ ਦੇ ਉਹਦਾ ਇਲਾਜ ਕਰਾ ਸਕਦੇ ਹੈ, ਦਵਾਈ ਦਵਾ ਸਕਦੇ ਹੈ, ਪਰ ਜਿਹੜਾ ਸੁੱਖ ਹੈ ਉਹ ਤਾਂ ਨਹੀਂ ਨਾ ਦੇ ਸਕਦੇ। ਦਵਾਈ ਨਾਲ ਇਲਾਜ ਹੋ ਸਕਦਾ, ਪਰ ਜਿਸ ਬਿਮਾਰੀ ਕਰਕੇ ਉਹ ਦੁੱਖ ਹੈ, ਜੋ ਉਹਦੇ ਅੰਦਰ ਕਰਕੇ ਮਨ ਕਰਕੇ ਜਿਹੜਾ ਉਹਨੂੰ ਦੁੱਖ ਲੱਗਿਆ ਹੋਇਆ, ਉਹ ਤਾਂ ਕੋਈ ਨਹੀਂ ਰੋਕ ਸਕਦਾ, ਉਹਨੂੰ ਕੋਈ ਖਤਮ ਨਹੀਂ ਕਰ ਸਕਦਾ, ਜ਼ਿੰਮੇਵਾਰੀਆਂ ਨਿਭਾ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਜਦੋਂ ਮਨ ਕਰਕੇ ਕੋਈ ਦੁਖੀ ਹੁੰਦਾ, ਕਿਉਂਕਿ ਸਰੀਰ ਨੂੰ ਰੋਗ ਲੱਗਦਾ ਅਤੇ ਮਨ 'ਤੇ ਵੀ ਪ੍ਰਭਾਵ ਪੈਂਦਾ, ਮਨ ਕਰਕੇ ਵੀ ਬੰਦੇ ਦੀ ਹਿੰਮਤ ਜਿਹੜੀ ਟੁੱਟ ਜਾਂਦੀ ਹੈ, ਉਦਾਸ ਹੋ ਜਾਂਦਾ, ਘਬਰਾਉਣ ਲੱਗ ਜਾਂਦਾ, ਹੋਰ ਤਰ੍ਹਾਂ ਤਰ੍ਹਾਂ ਦੇ ਫਿਕਰ ਚਿੰਤਾਵਾਂ ਮਨ ਦੇ ਅੰਦਰ ਆਉਣ ਲੱਗ ਜਾਂਦੀਆਂ। ਉਹ ਸਾਰੀਆਂ ਹੀ ਸਤਿਗੁਰੂ ਜੀ ਕਹਿੰਦੇ ਕੋਈ ਵੀ ਇਹ ਸੰਸਾਰ ਦੇ ਅੰਦਰ ਪਰਮੇਸ਼ਰ ਮਿੱਤਰ ਤੋਂ ਬਿਨਾਂ, ਨਾਮ ਮਿੱਤਰ ਤੋਂ ਬਿਨਾਂ, ਚੰਗੇ ਕਰਮ ਜਿਹੜੇ ਹੈ ਇਹਨਾਂ ਤੋਂ ਬਿਨਾਂ ਕੋਈ ਵੀ ਸੰਗੀ ਸਾਥੀ ਨਹੀਂ ਬਣਦਾ। ਉੱਥੇ ਰਹਾਉ ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਸੰਬੰਧ ਬਣਦੇ ਹਨ, ਇਸਤਰੀ ਦਾ ਬਣਦਾ ਹੈ, ਫਿਰ ਇਸੇ ਪ੍ਰਕਾਰ ਮਿੱਤਰ ਬਣਦੇ ਹੈ ਸੰਸਾਰੀ, ਇਸੇ ਤਰ੍ਹਾਂ ਪੁੱਤਰ ਧੀਆਂ ਇਹ ਸੰਬੰਧੀ ਬਣਦੇ ਹਨ। ਪਰ ਸਤਿਗੁਰੂ ਜੀ ਕਹਿੰਦੇ ਸਗਰੇ ਧਨ ਸਿਉ ਲਾਗੇ। ਸਭ ਦਾ ਪ੍ਰਯੋਜਨ ਜਿਹੜਾ ਹੈ ਉਹ ਧਨ ਹੀ ਹੈ। ਜੇ ਪਿਓ ਦੀ ਪ੍ਰਾਪਰਟੀ ਹੈ ਤੇ ਉਹ ਅੱਗੇ ਪੁੱਤਰ ਦੇ ਕੋਲ ਹੀ ਜਾਣੀ ਹੈ। ਇਸੇ ਪ੍ਰਕਾਰ ਹੀ ਇਹ ਧਨ ਦਾ ਸੰਬੰਧ ਬਣਿਆ ਹੋਇਆ, ਮਾਇਆ ਨੇ ਆਪਣਾ ਸੰਬੰਧ ਬਣਾ ਕੇ ਇਹ ਸੰਸਾਰ ਜਿਹੜਾ ਉਸ ਨੂੰ ਚਲਾ ਰਹੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਸਾਰੇ ਰਿਸ਼ਤੇ ਨਾਤੇ ਸੰਬੰਧ ਜਿਹੜੇ ਹਨ ਇਹ ਸੰਸਾਰ ਤੱਕ ਰਹਿ ਜਾਂਦੇ ਹੈ। ਦਾਰਾ ਇਸਤਰੀ ਦਾ ਹੈ, ਮਿੱਤਰਾਂ ਦਾ ਹੈ, ਪੁੱਤਰਾਂ ਦਾ ਹੈ, ਸੰਬੰਧੀਆਂ ਦਾ ਹੈ,
ਇਹ ਸਭ ਹੀ ਧਨ ਮਾਇਆ ਕਰਕੇ ਜਿਹੜੇ ਇਹ ਰਿਸ਼ਤੇ ਜੁੜ ਜਾਂਦੇ ਹਨ। ਜਬ ਹੀ ਨਿਰਧਨ ਦੇਖਿਓ ਨਰ ਕਉ, ਸੰਗ ਛਾੜ ਸਭ ਭਾਗੇ। ਸਤਿਗੁਰੂ ਜੀ ਕਹਿੰਦੇ ਜਿਸ ਸਮੇਂ ਮਨੁੱਖ ਨੂੰ ਨਿਰਧਨ ਵੇਖਿਆ ਜਾਂਦਾ ਹੈ ਵੀ ਹੁਣ ਇਹਦੇ ਕੋਲੇ ਧਨ ਨਹੀਂ ਹੈ, ਹੁਣ ਇਹ ਕੰਗਾਲ ਹੋ ਗਿਆ, ਹੁਣ ਇਹਦੇ ਹੱਥ ਪੱਲੇ ਕੁਝ ਨਹੀਂ ਹੈ, ਸੰਗ ਛਾੜ ਸਭ ਭਾਗੇ। ਫਿਰ ਸਾਰੇ ਹੀ ਸੰਗ ਸਾਥ ਜਿਹੜਾ ਉਹਦਾ ਛੱਡ ਜਾਂਦੇ ਹੈ ਵੀ ਇਹ ਹੁਣ ਕੁਝ ਮੰਗੇਗਾ, ਜੇ ਇਹਦੇ ਕੋਲ ਜਾਵਾਂਗੇ ਧਨ ਮੰਗੇਗਾ, ਮਾਇਆ ਮੰਗੇਗਾ, ਕੁਝ ਹੋਰ ਮੰਗੇਗਾ, ਅਤੇ ਉਹਦੇ ਤੋਂ ਫਿਰ ਪਾਸਾ ਵੱਟਣਾ ਸ਼ੁਰੂ ਕਰ ਦਿੰਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਇਸ ਸੰਸਾਰ ਦੇ ਅੰਦਰ ਆਪਾਂ ਵੇਖਦੇ ਹੀ ਹੈ, ਕਿੰਨੀਆਂ ਉਦਾਹਰਨਾਂ ਅਖਬਾਰਾਂ ਮੋਬਾਇਲਾਂ 'ਤੇ ਤੁਸੀਂ ਵੇਖ ਸਕਦੇ ਹੋ ਕਿ ਬਿਰਧ ਆਸ਼ਰਮ ਖੁੱਲ੍ਹ ਗਏ ਹੈ। ਉਹ ਖੁੱਲ੍ਹਣ ਦਾ ਕਾਰਨ ਇਹੀ ਹੈ ਕਿ ਉਹ ਸਭ ਕੁਝ ਜਦੋਂ ਲੈ ਲੈਂਦੇ ਹੈ, ਬਾਅਦ ਦੇ ਵਿੱਚ ਜਦੋਂ ਦੇਖਦੇ ਆ ਵੀ ਹੁਣ ਤਾਂ ਨਹੀਂ ਕੁਝ ਪੱਲੇ, ਸੇਵਾ ਕਰਨੀ ਪੈਣੀ ਹੈ, ਫਿਰ ਛੱਡ ਆਓ। ਪਰ ਇਹ ਸੰਸਾਰ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਇਹ ਮਾਇਆ ਦਾ ਸੁੱਖ ਹੈ, ਧਨ ਦਾ ਸੁੱਖ ਹੈ, ਜਦੋਂ ਇਹ ਮਨੁੱਖ ਦੇ ਕੋਲ ਨਹੀਂ ਰਹਿੰਦਾ। ਜਿਵੇਂ ਕਿਸੇ ਵਿਦਵਾਨ ਨੇ ਲਿਖਿਆ, ਪਰਸੂ ਪਰਸਾ ਪਰਸ ਰਾਮ, ਮਾਇਆ ਕੀ ਜਹ ਤੀਨ ਨਾਮ। ਕਿਸੇ ਬੰਦੇ ਦੇ ਕੋਲੇ ਕਿਸੇ ਦਾ ਨਾਮ ਪਰਸੂ ਹੈ, ਉਹਦੇ ਕੋਲੇ ਕੁਝ ਨਹੀਂ ਪੱਲੇ, ਉਹਦੇ ਕੰਗਾਲ ਹੈ, ਲੋਕ ਉਹਨੂੰ ਕਹਿੰਦੇ ਵੀ ਪਰਸੂ ਆ ਗਿਆ। ਜਦੋਂ ਉਹਦੇ ਕੋਲੇ ਕੋਈ 4 ਪੈਸੇ ਆਉਣ ਲੱਗ ਜਾਂਦੇ ਆ, ਫਿਰ ਉਹਦਾ ਨਾਮ ਬਦਲ ਜਾਂਦਾ, ਫਿਰ ਉਹਨੂੰ ਕਹਿਣ ਲੱਗ ਜਾਂਦੇ ਆ ਪਰਸਾ ਜੀ ਆ ਗਏ। ਜਦੋਂ ਹੋਰ ਕੋਈ ਮੁਰਾਤਬਾ ਮਿਲ ਜਾਏ, ਚੰਗੀ ਮਾਇਆ ਆ ਜਾਏ, ਫਿਰ ਉਹਦਾ ਨਾਮ ਲੋਕ ਧਰ ਦਿੰਦੇ ਆ ਪਰਸਰਾਮ ਜੀ। ਮਾਇਆ ਵਡਿਆਈ ਦੇ ਰਹੀ ਉਹਨੂੰ। ਪਰ ਦੂਸਰੇ ਬੰਨੇ ਨਾਮ ਦੀ ਸ਼ੋਭਾ ਹੈ, ਗੁਰੂ ਕੀ ਪਾਵਨ ਬਾਣੀ ਦੀਆਂ ਵਿਚਾਰਾਂ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਵੀ ਨਿਰਧਨ ਦੇਖਿਆ ਜਾਂਦਾ ਜੀਵ ਨੂੰ ਕਿ ਹੁਣ ਕੁਝ ਨਹੀਂ ਹੈ, ਉਸ ਸਮੇਂ ਸਾਥ ਜਿਹੜਾ ਛੱਡ ਜਾਂਦੇ ਹਨ। ਕਹੋ ਕਹਾ ਇਆ ਮਨ ਬਉਰੇ ਕੋ, ਇਨ ਸਿਓ ਨੇਹੋ ਲਗਾਇਓ। ਸਤਿਗੁਰੂ ਜੀ ਕਹਿੰਦੇ ਹਨ ਆਪਣੇ ਮਨ ਨੂੰ ਸੰਬੋਧਨ ਕਰਕੇ ਕਿ ਇਹ ਜੀਵ ਆਪਣੇ ਮਨ ਨੂੰ ਸਮਝਾ ਕਿ ਹੇ ਕਮਲਿਆ ਮਣਾ, ਹੇ ਬੌਰੇ ਮਣਾ, ਕਹੋ ਕਹਾ ਇਆ ਮਨ ਬੌਰੇ ਕੋ, ਕੀ ਤੈਨੂੰ ਸਮਝਾਈਏ। ਇਨ ਸਿਓ ਨੇਹੋ ਲਗਾਇਓ, ਤੂੰ ਇਹਨਾਂ ਦੇ ਨਾਲ ਪ੍ਰੇਮ ਲਾਇਆ, ਤੂੰ ਇਹਨਾਂ ਨੂੰ ਆਪਣੇ ਸੰਗੀ ਸਾਥੀ ਲੋਕ ਪਰਲੋਕ ਦੇ ਅੰਦਰ ਸਹਾਇਤਾ ਕਰਨ ਵਾਲੇ ਸਮਝਿਆ, ਪਰ ਉੱਥੇ ਤੇ ਸਹਾਇਤਾ ਇਹਨਾਂ ਨੇ ਨਹੀਂ ਕਰਨੀ। ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਆਉਂਦੇ ਹਨ ਸੁਖਮਨੀ ਸਾਹਿਬ ਦੇ ਅੰਦਰ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਕਿ ਜਿੱਥੇ ਕੋਈ ਵੀ ਸਹਾਇਤਾ ਨਹੀਂ ਕਰਦਾ, ਉੱਥੇ ਪਰਮੇਸ਼ਰ ਦਾ ਨਾਮ ਸਹਾਈ ਹੁੰਦਾ। ਅਤੇ ਤੂੰ ਉਹਨੂੰ ਛੱਡ ਕੇ, ਪਰਮੇਸ਼ਰ ਦੀ ਬੰਦਗੀ ਨੂੰ ਛੱਡ ਕੇ, ਅਤੇ ਇਹਨਾਂ ਦੇ ਵਿੱਚ ਐਸਾ ਪ੍ਰੇਮ ਜਿਹੜਾ ਉਹ ਤੂੰ ਭਿੱਜ ਗਿਆ ਲਾ ਲਿਆ ਹੈ। ਦੀਨਾ ਨਾਥ ਸਕਲ ਭੈ ਭੰਜਨ, ਜਸ ਤਾ ਕੋ ਬਿਸਰਾਇਓ। ਸਤਿਗੁਰੂ ਜੀ ਕਹਿੰਦੇ ਜੋ ਦੀਨਾਂ ਦਾ ਨਾਥ ਹੈ, ਜੋ ਕਮਜ਼ੋਰਾਂ ਦਾ ਮਾਲਕ ਹੈ, ਸਕਲ ਭੈ ਭੰਜਨ, ਸਾਰੇ ਡਰਾਂ ਨੂੰ ਖਤਮ ਕਰਨ ਵਾਲਾ, ਉਹਦਾ ਜਸ ਸੀ, ਉਹਦੀ ਵਡਿਆਈ ਸੀ, ਉਸ ਨੂੰ ਬਿਸਰਾਇਓ, ਆਪਣੇ ਹਿਰਦੇ ਦੇ ਵਿੱਚੋਂ ਤੂੰ ਭੁਲਾ ਦਿੱਤਾ ਹੈ। ਉਹ ਪਰਮੇਸ਼ਰ ਜਿਹਦੀ ਸਿਫਤ ਸਲਾਹ ਕਰਕੇ ਲੋਕ ਅਤੇ ਪਰਲੋਕ ਸੁਹੇਲਾ ਹੋਣਾ ਸੀ, ਉਹਨੂੰ ਛੱਡ ਦਿੱਤਾ ਹੈ। ਸਵਾਨ ਪੂਛ ਜਿਉ ਭਇਓ ਨਾ ਸੂਧੋ, ਬਹੁਤ ਯਤਨ ਮੈਂ ਕੀਨੋ। ਸਤਿਗੁਰੂ ਜੀ ਮਨ ਦੀ ਹਾਲਤ ਦੱਸਦੇ ਹੈ ਕਿ ਸਾਡਾ ਜਿਹੜਾ ਮਨ ਹੈ ਉਹ ਕਿੱਦਾਂ ਦਾ ਸੁਭਾਅ ਉਸ ਦਾ। ਜਿਵੇਂ ਕਹਿੰਦੇ ਹਨ ਇੱਕ ਸਵਾਨ ਕੁੱਤਾ ਹੁੰਦਾ ਹੈ, ਅਤੇ ਕੁੱਤੇ ਦੀ ਪੂਛ ਆਮ ਆਪਾਂ ਕਹਾਵਤ ਬੋਲਦੇ ਹਾਂ ਵੀ ਸਿੱਧੀ ਨਹੀਂ ਹੁੰਦੀ, ਉਹਦੇ 'ਚ ਵਲ ਪਈ ਰਹਿੰਦੇ ਆ। ਆਮ ਵੀ ਕਿਹਾ ਜਾਂਦਾ ਕਿ 12 ਸਾਲ ਵੰਝਲੀ 'ਚ ਪਾ ਕੇ ਰੱਖੀ, ਅਤੇ ਜਦੋਂ ਉਸ ਨੂੰ ਕੱਢਿਆ ਤਾਂ ਫਿਰ ਵਲ ਪੈ ਗਿਆ। ਇਹ ਮਨ ਦੇ, ਸਾਡਾ ਜਿਹੜਾ ਮਨ ਹੈ ਉਹਦਾ ਸੁਭਾਅ ਹੈ ਕਿ ਮਨ ਜਿਹੜਾ ਥੋੜ੍ਹੇ ਸਮੇਂ ਦੇ ਲਈ ਬੜਾ ਵੈਰਾਗੀ ਹੁੰਦਾ, ਬੜਾ ਉਦਾਸੀ 'ਚ ਆ ਜਾਂਦਾ, ਬੜਾ ਉਪਰਾਮ ਹੋ ਜਾਂਦਾ, ਬੜਾ ਧਰਮੀ ਬਣ ਜਾਂਦਾ ਕਿ ਨਹੀਂ ਹੁਣ ਤਾਂ ਬਾਣੀ ਪੜ੍ਹਨੀ ਹੈ, ਹੁਣ ਤਾਂ ਗੁਰੂ ਵਾਲੇ ਬਣਨਾ ਹੈ, ਸੇਵਾ ਕਰਨੀ ਹੈ, ਸਿਮਰਨ ਕਰਨਾ, ਚੰਗੇ ਕਰਮ ਕਰਨੇ, ਬੜਾ ਧਰਮਾਤਮਾ ਬਣ ਜਾਂਦਾ। ਪਰ ਛਿਨਕੀ ਥੋੜ੍ਹੇ ਮਾਤਰ ਜਦੋਂ ਉਹ ਹੋਰ ਸੰਗਤ ਮਿਲੀ, ਉੱਧਰ ਪਰਚ ਗਿਆ, ਸਭ ਕੁਝ ਛੁੱਟ ਗਿਆ, ਫਿਰ ਉਹੀ ਕੰਮ ਕਰਨ ਲੱਗ ਜਾਂਦਾ, ਫਿਰ ਵਲ ਪਾ ਲੈਂਦਾ।
ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਇਹ ਮਨ ਦਾ ਸੁਭਾਅ ਹੈ। ਬਹੁਤ ਯਤਨ ਮੈਂ ਕੀਨੋ, ਬੜੇ ਯਤਨ ਕਰ ਕਰਕੇ ਵੀ ਜੀਵ ਜਿਹੜਾ ਉਹ ਹਾਰ ਜਾਂਦਾ। ਜਿਵੇਂ ਉਹ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਇਸੇ ਪ੍ਰਕਾਰ ਹੀ ਮਨ ਜਿਹੜਾ ਇਹ ਤਿੰਨ ਗੁਣਾਂ ਦੇ ਪ੍ਰਭਾਵ ਦੇ ਹੇਠ ਰਹਿੰਦਾ ਹੈ, ਸਤੋ ਰਜੋ ਤੇ ਤਮੋ। ਕਦੇ ਇਹ ਸਤੋ ਗੁਣੀ ਬਣ ਜਾਂਦਾ, ਕਦੇ ਰਜੋ ਲੋਭੀ ਲਾਲਚੀ ਬਣ ਜਾਂਦਾ, ਕਦੇ ਤਮੋ ਜਿਹੜਾ ਕੋਈ ਪਾਪੀ ਸੁਭਾਅ ਉਹ ਧਾਰਨ ਕਰ ਲੈਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਮਨ ਜਿਹੜਾ ਸਾਡਾ ਉਹਦੀ ਐਸੀ ਦਸ਼ਾ ਹੈ। ਨਾਨਕ ਲਾਜ ਬਿਰਦ ਕੀ ਰਾਖੋ, ਨਾਮ ਤੁਹਾਰੋ ਲੀਨੋ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਤੂੰ ਹੀ ਲੱਜਿਆ ਰੱਖ ਸਕਦਾ, ਨਾਮ ਤੁਹਾਰੋ ਲੀਨੋ। ਤੇਰਾ ਨਾਮ ਜਿਹੜਾ ਪਰਮੇਸ਼ਰ ਵਾਹਿਗੁਰੂ ਜੇ ਉਹ ਸਾਡੇ ਕੋਲ ਹੈ, ਸਾਡੇ ਹਿਰਦੇ 'ਚ ਵਸਦਾ ਹੈ, ਅਤੇ ਤੇਰੇ ਨਾਮ ਦੁਆਰਾ ਹੀ ਮਨ ਜਿਹੜਾ ਉਹ ਸਿੱਧਾ ਹੋ ਸਕਦਾ ਹੈ। ਅਤੇ ਸਿੱਧਾ ਮਨ ਹੀ ਜਿਹੜਾ ਉਹ ਪਰਮੇਸ਼ਰ ਦੇ ਨਾਲ ਜੁੜ ਸਕਦਾ। ਅਤੇ ਪਰਮੇਸ਼ਰ ਵਾਹਿਗੁਰੂ ਤੂੰ ਹੀ ਸਾਡੀ ਲਾਜ ਇੱਜ਼ਤ ਜਿਹੜੀ ਹੈ ਲੋਕ ਅਤੇ ਪਰਲੋਕ ਦੇ ਅੰਦਰ ਰੱਖਦਾ ਹੈ। ਸੋਰਠ ਮਹੱਲਾ ਨਾਵਾ, ਮਨ ਰੇ ਗਹਿਓ ਨਾ ਗੁਰ ਉਪਦੇਸ਼। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਗਲੇ ਸ਼ਬਦ ਦੇ ਅੰਦਰ ਬਚਨ ਕਰਦੇ ਹਨ, ਮਨ ਨੂੰ ਸੰਬੋਧਨ ਕਰਕੇ ਕਿ ਹੇ ਮਨਾ ਗਹਿਓ ਨਾ ਗੁਰ ਉਪਦੇਸ਼, ਕਿ ਜਿਹੜਾ ਗੁਰੂ ਦਾ ਉਪਦੇਸ਼ ਸਿੱਖਿਆ ਸੀ ਉਸ ਨੂੰ ਆਪਣੇ ਮਨ ਦੇ ਵਿੱਚ ਤੂੰ ਗ੍ਰਹਿਣ ਨਹੀਂ ਕੀਤਾ, ਧਾਰਨ ਨਹੀਂ ਕੀਤਾ। ਕਹਾ ਭਇਓ ਜੋ ਮੂੰਡ ਮੁੰਡਾਇਓ, ਭਗਵੋ ਕੀਨੋ ਭੇਸ। ਸਤਿਗੁਰੂ ਜੀ ਇਹ ਸੰਸਾਰ ਦੇ ਅੰਦਰ ਜੋ ਭੇਖ ਲਿਬਾਸ ਚੱਲਦੇ ਹਨ, ਦੰਭ ਪਖੰਡ ਚੱਲਦਾ ਹੈ। ਇੱਕ ਤੇ ਧਰਮੀ ਲੋਕ ਹਨ ਜੋ ਧਰਮ ਦੀ ਕਮਾਈ ਕਰਨ ਵਾਲੇ ਹੈ, ਅਤੇ ਉਹਨਾਂ ਦਾ ਚਿੰਨ੍ਹ, ਉਹਨਾਂ ਦੇ ਲਿਬਾਸ ਕੋਈ ਧਾਰਨ ਕਰ ਲਵੇ ਅਤੇ ਜੀਵਨ ਨਾ ਉੱਦਾਂ ਦਾ ਧਾਰਨ ਕਰੇ ਅਤੇ ਉਸ ਨੂੰ ਪਖੰਡ ਆਖਿਆ ਜਾਂਦਾ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਕਿ ਸੰਸਾਰ ਦੇ ਅੰਦਰ ਐਸੇ ਵੀ ਭੇਖ ਹਨ ਕਿ ਜਿਨ੍ਹਾਂ ਨੇ ਆਪਣੇ ਸਰੀਰ ਦੇ ਉੱਤੋਂ ਮੁੰਡਨ ਕਰਨਾ, ਕੇਸ ਜਿਹੜੇ ਉਹ ਨਹੀਂ ਰੱਖਣੇ। ਪਰ ਸਤਿਗੁਰੂ ਜੀ ਕਹਿੰਦੇ ਕਹਾ ਭਇਓ ਜੋ ਮੂੰਡ ਮੁੰਡਾਇਓ, ਕੀ ਹੋ ਗਿਆ ਕਿ ਤੂੰ ਸਿਰ ਦਾ ਮੁੰਡਨ ਕਰ ਲਿਆ। ਭਗਵੋ ਕੀਨੋ ਭੇਸ, ਲਿਬਾਸ ਜਿਹੜਾ ਸੀ ਉਸ ਨੂੰ ਵੀ ਭਗਵਾਂ ਬਣਾ ਲਿਆ, ਗੇਰੂ ਰੰਗੇ ਵਸਤਰ ਜਿਹੜੇ ਉਹ ਧਾਰਨ ਕਰ ਲਏ। ਪਰ ਮਨ ਦੇ ਅੰਦਰ ਜਿਹੜਾ ਗੁਰੂ ਦਾ ਉਪਦੇਸ਼ ਸੀ ਉਸ ਨੂੰ ਧਾਰਨ ਨਹੀਂ ਕੀਤਾ। ਰਹਾਉ ਸਾਚ ਛਾੜ ਕੈ ਝੂਠ ਲਾਗਿਓ, ਜਨਮ ਅਕਾਰਥ ਖੋਇਓ। ਸੱਚੀ ਸਿੱਖਿਆ ਜੋ ਸੱਚਾ ਨਾਮ ਸੀ ਪਰਮੇਸ਼ਰ ਦਾ, ਉਹਨੂੰ ਛੱਡ ਕੇ ਤੇ ਝੂਠ ਲੱਗ ਗਿਓ, ਝੂਠੀ ਮਾਇਆ ਦੇ ਵਿੱਚ ਲੱਗ ਗਿਆ। ਪਖੰਡ ਕਰਕੇ ਲੋਕਾਂ ਨੂੰ ਮਗਰ ਲਾ ਲੈਣਾ, ਮਾਇਆ ਲੁੱਟੀ ਜਾਣੀ, ਲੋਕਾਂ ਨੂੰ ਗੁੰਮਰਾਹ ਕਰੀ ਜਾਣਾ। ਇੱਦਾਂ ਦੇ ਕਰਮ ਕਰ ਕਰਕੇ ਸਤਿਗੁਰੂ ਜੀ ਕਹਿੰਦੇ ਤੂੰ ਆਪਣੇ ਜੀਵਨ ਦੇ ਅੰਦਰ ਝੂਠ ਨੂੰ ਸਦਾ ਇਕੱਠਿਆਂ ਕੀਤਾ ਅਤੇ ਸੱਚਾ ਨਾਮ ਸੀ ਜੋ ਪਰਮੇਸ਼ਰ ਦਾ ਉਹਨੂੰ ਛੱਡ ਦਿੱਤਾ। ਜਨਮ ਅਕਾਰਥ ਖੋਇਓ, ਸਾਰਾ ਜਨਮ ਹੀ ਜਿਹੜਾ ਉਹ ਵਿਅਰਥ ਹੀ ਤੂੰ ਗਵਾ ਦਿੱਤਾ ਹੈ। ਕਰ ਪਰਪੰਚ ਉਦਰ ਨਿਜ ਪੋਖਿਓ, ਪਸ ਕੀ ਨਿਆਈ ਸੋਇਓ। ਸਤਿਗੁਰੂ ਜੀ ਕਹਿੰਦੇ ਆਪਣੇ ਉਦਰ ਪੇਟ ਨੂੰ ਭਰਨ ਵਾਸਤੇ ਆਪਣੀ ਲਾਲਚੀ ਬਿਰਤੀ ਨੂੰ ਧਾਰਨ ਕਰਕੇ ਪ੍ਰਪੰਚ ਕੀਤੇ, ਛਲ ਕੀਤੇ। ਪਸ ਕੀ ਨਿਆਈ ਸੋਇਓ, ਫਿਰ ਜਿਵੇਂ ਕੋਈ ਪਸ਼ੂ ਸੌਂ ਜਾਂਦਾ ਬੇਫਿਕਰ ਹੋ ਕੇ, ਖਾ ਪੀ ਕੇ ਰੱਜ ਕੇ, ਇੱਦਾਂ ਕਹਿੰਦੇ ਮਾਇਆ ਦੇ ਸੁੱਖ ਭੋਗ ਭੋਗ ਕੇ ਤੂੰ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸੁੱਤਿਆਂ ਹੀ ਲੰਘਾ ਦਿੱਤੀ। ਰਾਮ ਭਜਨ ਕੀ ਗਤ ਨਹੀਂ ਜਾਨੀ, ਮਾਇਆ ਹਾਥ ਬਿਕਾਨਾ। ਸਤਿਗੁਰੂ ਜੀ ਕਹਿੰਦੇ ਰਾਮ ਦੇ ਭਜਨ ਦੀ ਜਿਹੜੀ ਗਤ ਸੀ, ਮਰਿਆਦਾ ਸੀ, ਰੀਤੀ ਸੀ, ਉਸ ਨੂੰ ਨਹੀਂ ਜਾਣਿਆ ਕਿ ਇਹ ਲਿਬਾਸ ਕਿਉਂ ਪਾਇਆ ਜਾਂਦਾ, ਇਹ ਚਿੰਨ੍ਹ ਕਿਉਂ ਧਾਰਨ ਕੀਤੇ ਜਾਂਦੇ ਹੈ, ਭਗਵੇਂ ਵਸਤਰ ਕਿਉਂ ਪਾਏ ਜਾਂਦੇ ਹੈ। ਇਹ ਗੱਲਾਂ ਨਹੀਂ ਸਮਝੀਆਂ ਕਿ ਇਹਨਾਂ ਨਾਲ ਰਾਮ ਦਾ ਵੀ ਭਜਨ ਕਰਨਾ, ਉਹ ਗੱਲ ਤਾਂ ਛੱਡ ਹੀ ਦਿੱਤੀ। ਉਹ ਖਿਆਲ ਹੀ ਅੰਦਰ ਨਹੀਂ ਲਿਆਂਦਾ, ਉਹ ਰੀਤੀ ਨੂੰ ਛੱਡ ਕੇ ਮਾਇਆ ਹਾਥ ਬਿਕਾਨਾ, ਮਾਇਆ ਦੇ ਹੱਥੋਂ ਹੀ ਵੇਖ ਗਿਆ। ਮਾਇਆ ਵਾਸਤੇ ਸਾਰੀ ਭੱਜ ਦੌੜ ਜਿਹੜੀ ਉਹ ਕਰਨ ਲੱਗ ਪਿਆ। ਉਰਜ ਰਹਿਓ ਵਿਖਿਅਨ ਸੰਗ ਬੌਰਾ, ਨਾਮ ਰਤਨ ਬਿਸਰਾਨਾ। ਸਤਿਗੁਰੂ ਜੀ ਕਹਿੰਦੇ ਉਰਜ ਰਹਿਓ, ਜਿਹੜੀ ਵਿਖਿਆ ਵਿਸ਼ੇ ਵਿਕਾਰ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਵਿੱਚ ਹੀ ਉਲਝ ਕੇ ਰਹਿ ਗਿਆ, ਫਸ ਗਿਆ ਇਹਨਾਂ ਦੇ ਅੰਦਰ ਹੀ। ਅਤੇ ਬੌਰਾ ਕਹਿੰਦੇ ਕਮਲਾ ਹੋ ਗਿਆ। ਨਾਮ ਰਤਨ ਬਿਸਰਾਨਾ, ਨਾਮ ਜਿਹੜਾ ਰਤਨ ਸੀ ਪਰਮੇਸ਼ਰ ਦਾ ਇੱਕ ਅਮੋਲਕ ਰਤਨ,
ਉਸ ਨੂੰ ਭੁਲਾ ਦਿੱਤਾ, ਉਸ ਨੂੰ ਵਿਸਾਰ ਦਿੱਤਾ। ਜਿਹੜੇ ਨਾਮ ਦੀ ਕਮਾਈ ਕਰਨੀ ਸੀ, ਜਿਹੜਾ ਅਸਲੀ ਧਨ ਇਕੱਠਾ ਕਰਨਾ ਸੀ, ਉਹ ਤੇ ਛੱਡ ਦਿੱਤਾ। ਅਤੇ ਜਿਹੜੀ ਇਹ ਵਿਸ਼ਿਆਂ ਦਾ ਧਨ ਸੀਗਾ, ਕਾਮ ਦਾ, ਕ੍ਰੋਧ ਦਾ, ਇਹਨੂੰ ਇਕੱਠਿਆਂ ਕਰ ਕਰਕੇ, ਇਹਦੀ ਕਮਾਈ ਕਰ ਕਰਕੇ, ਪਾਪ ਕਰ ਕਰਕੇ ਆਪਣਾ ਜੀਵਨ ਸੀ ਜਿਹੜਾ ਉਹ ਖਰਾਬ ਕਰ ਲਿਆ। ਰਹਿਓ ਅਚੇਤ ਨਾ ਚੇਤਿਓ ਗੋਬਿੰਦ, ਬਿਰਥਾ ਔਧ ਸਿਰਾਨੀ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਅਚੇਤ ਹੋ ਗਿਆ, ਬੇਸਮਝ ਹੋ ਗਿਆ। ਨਾ ਚੇਤਿਓ ਗੋਬਿੰਦ, ਗੋਬਿੰਦ ਜੋ ਪਰਮੇਸ਼ਰ ਵਾਹਿਗੁਰੂ, ਉਹਦਾ ਚਿੰਤਨ ਹੀ ਨਹੀਂ ਕੀਤਾ, ਉਹਦੀ ਕਮਾਈ, ਉਹਦਾ ਨਾਮ ਅਭਿਆਸ ਨਹੀਂ ਕੀਤਾ। ਬਿਰਥਾ ਔਧ ਸਰਾਨੀ, ਜਿੰਨੀ ਆਪਣੀ ਉਮਰ ਸੀ ਉਹ ਵਿਅਰਥੀ ਸਰਾਨੀ ਕਹੀਏ ਬਤੀਤ ਕਰ ਦਿੱਤੀ, ਲੰਘਾ ਦਿੱਤੀ। ਕਹੋ ਨਾਨਕ ਹਰ ਬਿਰਦ ਪਛਾਨੋ, ਭੂਲੇ ਸਦਾ ਪਰਾਨੀ। ਸਤਿਗੁਰੂ ਜੀ ਕਹਿੰਦੇ ਜੇ ਤੂੰ ਹੱਲੇ ਵੀ ਸਮਝ ਜਾਏ, ਅਜੇ ਵੀ ਤੂੰ ਜੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਵੇਂ, ਤੇ ਉਹ ਪਰਮਾਤਮਾ ਦਾ ਸੁਭਾਅ ਹੈ ਭੁੱਲਿਆਂ ਨੂੰ ਬਖਸ਼ਣਾ। ਜੇ ਕੋਈ ਭੁੱਲਿਆ, ਭਟਕਿਆ, ਭਰਮਿਆ ਹੋਇਆ ਗੁਰੂ ਅੱਗੇ ਆ ਕੇ ਅਰਦਾਸ ਕਰ ਲਵੇ, ਬੇਨਤੀ ਕਰ ਲਵੇ, ਤੇ ਉਹ ਪਰਮੇਸ਼ਰ ਦਾ ਸੁਭਾਅ ਐਸਾ ਹੈ ਕਿ ਉਹ ਭੁੱਲਿਆਂ ਭਟਕਿਆਂ ਨੂੰ ਬਖਸ਼ ਦਿੰਦਾ, ਸਿੱਧੇ ਮਾਰਗ 'ਤੇ ਪਾ ਦਿੰਦਾ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਇਹ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀ ਹੀ ਵਡਿਆਈ ਹੈ ਕਿ ਜਿੱਥੇ ਕੋਈ ਭੁੱਲਿਆ ਵੀ ਆ ਜਾਏ, ਕੋਈ ਭਰਮਿਆ ਵੀ ਆ ਜਾਏ, ਕੋਈ ਸੰਸਾਰ ਦੇ ਅੰਦਰ ਪਤਿਤ ਹੋਇਆ ਜੀਵ ਵੀ ਆ ਜਾਏ, ਉਹ ਵੀ ਪਵਿੱਤਰ ਹੋ ਜਾਂਦਾ। ਇਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ ਕਿ ਇੱਥੇ ਕੋਈ ਵੀ ਆ ਜਾਏ, ਤਨੋਂ ਮਨੋਂ ਸ਼ਰਧਾ ਪ੍ਰੇਮ ਭਾਵਨਾ ਲੈ ਕੇ, ਤੇ ਉਹਨੂੰ ਆਤਮਿਕ ਸੁੱਖ ਮਿਲਦਾ, ਉਹਨੂੰ ਆਤਮਿਕ ਸ਼ਾਂਤੀ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਹਰ ਬਿਰਦ ਪਛਾਨੋ, ਤੁਸੀਂ ਉਹ ਪਰਮਾਤਮਾ ਦੇ ਸੁਭਾਅ ਨੂੰ, ਬਿਰਦ ਨੂੰ, ਉਹਦੇ ਨਿਯਮ ਨੂੰ ਪਛਾਣੋ। ਕੀ ਹੈ ਉਹਦਾ ਬਿਰਦ, ਕੀ ਹੈ ਸੁਭਾਅ? ਭੂਲੇ ਸਦਾ ਪਰਾਨੀ, ਕਿ ਹੇ ਪਰਮੇਸ਼ਰ ਵਾਹਿਗੁਰੂ, ਇਹ ਜਿਹੜਾ ਜੀਵ ਹੈ ਪ੍ਰਾਣਾ ਧਾਰੀ, ਇਹ ਤੇ ਭੁੱਲਣ ਵਾਲਾ ਹੀ ਹੈ, ਇਹ ਤੇ ਸਦਾ ਹੀ ਭੁੱਲਦਾ ਹੈ। ਇਹ ਪੈਰ ਪੈਰ 'ਤੇ ਭੁੱਲ ਜਾਂਦਾ, ਔਗਣ ਕਰਦਾ, ਗੁਨਾਹ ਕਰਦਾ, ਪਰ ਪਰਮੇਸ਼ਰ ਵਾਹਿਗੁਰੂ ਤੂੰ ਬਖਸ਼ਾਉਣ ਵਾਲਾ ਹੈ, ਤੂੰ ਬਖਸ਼ਣ ਵਾਲਾ ਹੈ। ਅਤੇ ਇੱਕ ਗੱਲ ਇਹ ਵੀ ਆਪਣੇ ਮਨ ਨੂੰ ਸਮਝਾਉਣੀ, ਮਨ ਨੂੰ ਸਿੱਖਿਆ ਦੇਣੀ ਕਿ ਪਰਮੇਸ਼ਰ ਬਖਸ਼ਦਾ ਤਾਂ ਹੈ, ਉਹ ਬਖਸ਼ਿਸ਼ ਔਗਣਾਂ ਨੂੰ, ਗੁਨਾਹਾਂ ਨੂੰ ਤਾਂ ਬਖਸ਼ ਕਰ ਦਿੰਦਾ ਵੀ ਜੇ ਤੂੰ ਅੱਗੇ ਸੁਧਰਨਾ ਹੈ। ਪਰਮਾਤਮਾ ਗੁਨਾਹ ਬਖਸ਼ਦਾ ਹੈ। ਇਸ ਸੰਸਾਰ ਦੇ ਅੰਦਰ ਆਪਾਂ ਵੇਖਦੇ ਹਾਂ ਕਿ ਕਿਸੇ ਨੂੰ ਕੋਈ ਸਜ਼ਾ ਹੋ ਜਾਏ, ਜਾਂ ਪੁਰਾਣੇ ਸਮਿਆਂ ਦੇ ਅੰਦਰ ਰਾਜੇ ਮਹਾਰਾਜੇ ਹੁੰਦੇ, ਉਹ ਸਜ਼ਾ ਕਰ ਦਿੰਦੇ ਵੀ ਫਲਾਣੇ ਨੂੰ ਸਜ਼ਾ ਦੇ ਦਿੱਤੀ ਹੈ, ਅਤੇ ਉਹ ਸਜ਼ਾ ਬਾਅਦ ਦੇ ਵਿੱਚ ਜਦੋਂ ਉਹ ਬੇਨਤੀ ਕਰਦਾ, ਤਰਲਾ ਕਰਦਾ, ਅਤੇ ਉਹ ਮਾਫ਼ ਕਰ ਦਿੰਦੇ। ਅਤੇ ਉਹ ਮਾਫ਼ ਕਰਨ ਦਾ ਕਾਰਨ ਉਹਨਾਂ ਦਾ ਇਹ ਹੁੰਦਾ ਕਿ ਹੁਣ ਇਹ ਸੁਧਰ ਜਾਏਗਾ, ਹੁਣ ਨਹੀਂ ਕਰਦਾ, ਅਤੇ ਉਹ ਵੀ ਸਮਝ ਜਾਂਦਾ ਵੀ ਨਹੀਂ ਕਰਨੀ। ਪਰ ਜੇ ਇਹ ਬੰਦਾ ਇਹਨੂੰ ਰੂਟੀਨ ਬਣਾ ਲਵੇ, ਇਹਨੂੰ ਸੁਭਾਅ ਹੀ ਬਣਾ ਲਵੇ ਕਿ ਔਗਣ ਕਰੋ, ਮਾਫ਼ੀ ਮੰਗ ਲਓ, ਬਖਸ਼ਿਆ ਗਿਆ, ਨਹੀਂ, ਇਹ ਸਤਿਗੁਰੂ ਜੀ ਕਹਿੰਦੇ ਇਹ ਰੀਤੀ ਜਿਹੜੀ ਇੱਥੇ ਪ੍ਰਵਾਨ ਨਹੀਂ ਹੁੰਦੀ। ਇਸ ਕਰਕੇ ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ। ਅੱਗੇ ਉਹ ਪਰਮੇਸ਼ਰ ਵਾਹਿਗੁਰੂ ਸਿੱਧੇ ਰਸਤੇ ਪਾ ਦਿੰਦਾ, ਉਹ ਚੰਗਾ ਰਾਹ ਦਿਖਾ ਦਿੰਦਾ। ਅਤੇ ਜਦੋਂ ਜੀਵ ਫਿਰ ਉਹਨਾਂ ਔਗਣਾਂ ਨੂੰ ਛੱਡ ਜਾਏ, ਸਿੱਧੇ ਮਾਰਗ 'ਤੇ ਤੁਰ ਪਵੇ, ਆਗੇ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਪਿੱਛੇ ਜੋ ਹੋ ਗਿਆ ਬੀਤ ਗਿਆ, ਪਰ ਅੱਗੇ ਵਾਲੀ ਆਉਣ ਵਾਲੀ ਜਿਹੜੀ ਉਮਰ ਹੈ, ਆਉਣ ਵਾਲਾ ਜਿਹੜਾ ਜੀਵਨ ਹੈ, ਉਹਨੂੰ ਹੀ ਮਨੁੱਖ ਜੇ ਸਾਂਭ ਲਵੇ, ਸਵਾਰ ਲਵੇ, ਅਤੇ ਉਹਦੇ ਦੁਆਰਾ ਹੀ ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਦੇ ਅੰਦਰੋਂ ਜਿਹੜੀ ਆਪਣੇ ਜੀਵਨ ਨੂੰ ਸਫਲ ਕਰਨ ਦੀ ਕਿਰਿਆ, ਉਹਨੂੰ ਮਨੁੱਖ ਕਰ ਸਕਦਾ। ਇਸ ਕਰਕੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਦੇ ਰਾਹੀਂ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ। ਕਹੋ ਨਾਨਕ ਹਰ ਬਿਰਦ ਪਛਾਨੋ, ਭੂਲੇ ਸਦਾ ਪਰਾਨੀ, ਕਿ ਸਦਾ ਹੀ ਪਰਮੇਸ਼ਰ ਵਾਹਿਗੁਰੂ ਅਸੀਂ ਭੁੱਲਣਹਾਰ ਹਾਂ, ਸਾਨੂੰ ਬਖਸ਼ਿਸ਼ ਕਰਨਾ, ਸਾਡੇ ਗੁਨਾਹ ਮਾਫ਼ ਕਰਨੇ ਪਰਮੇਸ਼ਰ ਵਾਹਿਗੁਰੂ ਤੇਰਾ ਸੁਭਾਅ ਹੈ। ਕਿਉਂਕਿ ਮਨੁੱਖ ਔਗਣ ਜਿਹੜੇ ਕਰਦਾ, ਉਹ ਇਹ ਨਹੀਂ ਕਿ ਇਕੱਲੇ ਸਰੀਰ ਦੇ ਨਾਲ ਹੀ ਕਰਦਾ। ਆਮ ਤੌਰ 'ਤੇ ਆਪਾਂ ਇਹੀ ਸੋਚਦੇ ਹਾਂ ਵੀ ਬੰਦਾ ਜਦੋਂ ਸਰੀਰ ਨਾਲ ਕੋਈ ਪਾਪ ਕਰਦਾ, ਸਰੀਰ ਨੂੰ ਦੁੱਖ ਆਉਂਦੇ, ਉਹੀ ਗੁਨਾਹ ਹੁੰਦੇ, ਉਹ ਮਾਫ਼ ਹੋ ਜਾਂਦੇ। ਗੁਨਾਹ ਸਾਡਾ ਮਨ ਵੀ ਕਰਦਾ, ਸਾਡੀ ਜ਼ੁਬਾਨ ਵੀ ਕਰਦੀ ਹੈ, ਸਰੀਰ ਵੀ ਕਰਦਾ ਹੈ।
ਮਨ ਕਰਕੇ ਕਿਸੇ ਦਾ ਮਾੜਾ ਸੋਚਣਾ, ਬੁਰਾ ਸੋਚਣਾ, ਇਹ ਵੀ ਪਾਪ ਹੈ। ਬਾਣੀ ਕਾ ਦੁਆਰਾ ਝੂਠ ਬੋਲਣਾ, ਕਿਸੇ ਦੀ ਨਿੰਦਿਆ ਕਰਨੀ, ਇਹ ਵੀ ਪਾਪ ਹੈ। ਸਰੀਰ ਕਰਕੇ ਚੋਰੀ ਕਰਨੀ, ਮੰਦ ਕਰਮ ਭੋਗਣੇ, ਇਹ ਵੀ ਪਾਪ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਕਰਕੇ ਵੀ, ਜਿਹੜੇ ਹੁਣ ਸਰੀਰ ਕਰਕੇ ਕੋਈ ਰੋਕ ਸਕਦਾ, ਜ਼ੁਬਾਨ ਨੂੰ ਵੀ ਰੋਕ ਸਕਦਾ, ਪਰ ਅੰਦਰੇ ਅੰਦਰ ਜਿਹੜਾ ਪਾਪ ਫੁਰੇ ਉਹਨੂੰ ਕਿਵੇਂ ਰੋਕਣਾ, ਉਹ ਤੇ ਬੜਾ ਔਖਾ ਹੈ। ਜਿਹਨੂੰ ਸਤਿਗੁਰੂ ਜੀ ਕਹਿੰਦੇ ਹਨ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਆਪਣੇ ਮਨ ਦੇ ਵਿੱਚ ਵੀ ਕਿਸੇ ਪ੍ਰਤੀ ਕੋਈ ਮਾੜਾ ਫੁਰਨਾ, ਕੋਈ ਔਗਣ ਗੁਨਾਹ ਨਾ ਲੈ ਕੇ ਆਉਣਾ, ਉਹ ਸਤਿਗੁਰੂ ਜੀ ਕਹਿੰਦੇ ਅਸਲੀ ਉਹਨੂੰ ਰੋਕਣਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਕਰਕੇ ਜੀਵ ਜਿਹੜਾ ਉਹ ਭੁੱਲਣਹਾਰ ਹੈ। ਮਨ 'ਤੇ ਕੰਟਰੋਲ ਨਹੀਂ, ਬਹੁਤ ਔਖਾ ਕੰਮ ਹੈ ਇਹ। ਤੇ ਨਾਮ ਤੇ ਸਿਮਰਨ ਦੀ ਕਮਾਈ ਐਸੀ ਹੋਵੇ, ਬੰਦਗੀ ਐਸੀ ਹੋਵੇ, ਤੇ ਫਿਰ ਪਰਮੇਸ਼ਰ ਦੀ ਕਿਰਪਾ ਹੋਵੇ, ਫਿਰ ਐਸਾ ਜਿਹੜਾ ਚੰਚਲ ਮਨ ਹੈ ਉਹ ਇਕਾਗਰ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਮਨ ਕਰਕੇ ਵੀ ਪਰਮੇਸ਼ਰ ਵਾਹਿਗੁਰੂ ਅਸੀਂ ਭੁੱਲਣਹਾਰ ਹਾਂ, ਬਾਣੀ ਕਰਕੇ ਵੀ ਸਾਡੇ ਤੋਂ ਕੰਟਰੋਲ ਨਹੀਂ, ਸਰੀਰ ਕਰਕੇ ਵੀ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਤੂੰ ਸਾਡੇ ਗੁਨਾਹਾਂ ਨੂੰ, ਔਗਣਾਂ ਨੂੰ ਮਾਫ ਕਰਕੇ ਆਪਣੇ ਨਾਮ ਦੇ ਵਿੱਚ, ਆਪਣੇ ਸਿਮਰਨ ਦੇ ਵਿੱਚ ਸਾਨੂੰ ਜੋੜ, ਜਿਹਦੇ ਦੁਆਰਾ ਸਾਡਾ ਜੀਵਨ ਜਿਹੜਾ ਮਨ ਤੇ ਤਨ ਤੇ ਬਾਣੀ ਇਹ ਸਾਰੇ ਹੀ ਸ਼ੁੱਧ ਹੋ ਜਾਣ, ਤੇ ਸਾਰੇ ਹੀ ਪਰਮੇਸ਼ਰ ਵਾਹਿਗੁਰੂ ਤੇਰੇ ਨਾਮ ਤੇ ਭਜਨ ਦੇ ਵਿੱਚ ਜੁੜ ਜਾਣ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ। 2 ਸ਼ਬਦ ਪਿੱਛੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਰਹਿ ਚੁੱਕੇ ਹਨ, ਜਿਨ੍ਹਾਂ ਦੇ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਸੋ ਕੱਲ੍ਹ ਨੂੰ ਅਖੀਰਲਾ ਦਿਨ ਹੈ, ਸਮਾਪਤੀ ਹੈ। ਪਰਸੋਂ ਅੱਗੇ ਬਰਨਾਲੇ ਦੇ ਅੰਦਰ ਉਸ ਜਗ੍ਹਾ 'ਤੇ ਗੁਰੂ ਕੀ ਪਾਵਨ ਬਾਣੀ ਦੀ ਕਥਾ 5-6 ਦਿਨ ਪ੍ਰੋਗਰਾਮ ਬਣਿਆ, ਉੱਥੇ ਚੱਲੇਗੀ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਕੱਲ੍ਹ ਨੂੰ ਵੱਧ ਚੜ੍ਹ ਕੇ ਪਹੁੰਚੋ, ਗੁਰੂ ਕੀ ਪਾਵਨ ਬਾਣੀ ਦੀਆਂ ਕਥਾ ਵਿਚਾਰਾਂ ਸਰਵਣ ਕਰੋ। ਸੋ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ। ਉਸ ਤੋਂ ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਰਹਿਓ ਅਚੇਤ ਨਾ ਚੇਤਿਓ ਗੋਬਿੰਦ, ਬਿਰਥਾ ਔਧ ਸਿਰਾਨੀ। ਕਹੋ ਨਾਨਕ ਹਰ ਬਿਰਦ ਪਛਾਨੋ, ਭੂਲੇ ਸਦਾ ਪਰਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤੁ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ